हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕੀ ਤੁਹਾਨੂੰ ਪਤਾ ਹੈ ਕਿ ਜੇਕਰ ਅਸੀਂ ਗੂਗਲ ਤੇ ਸਭ ਤੋਂ ਬਹਾਦਰ ਕਮਿਊਨਿਟੀ ਦੇਖੀਏ ਤਾਂ ਸਭ ਤੋਂ ਪਹਿਲੇ ਨੰਬਰ ਤੇ ਸਿੱਖ ਕਮਿਊਨਿਟੀ ਦਾ ਨਾਮ ਆਉਂਦਾ ਹੈ ਤੇ ਉੱਥੇ ਇਹ ਵੀ ਦੱਸਿਆ ਗਿਆ ਕਿ ਇਹ ਕੌਮ ਇਨਸਾਨੀਅਤ ਲਈ ਬਹੁਤ ਹੀ ਵਧੀਆ ਕੰਮ ਕਰਦੀ ਹੈ, ਉਹ ਵੀ ਪੂਰੀ ਦੁਨੀਆ ਵਿੱਚ। ਤੇ ਇਸ ਕੌਮ ਦੇ ਗੁਰੂ ਘਰਾਂ ਵਿੱਚ ਹਮੇਸ਼ਾ ਲੋੜਵੰਦਾਂ ਲਈ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ, ਜਦ ਕਿ ਇਹ ਕੰਮ ਹੋਰ ਕਿਸੇ ਵੀ ਧਰਮ ਵਿੱਚ ਨਹੀਂ ਹੁੰਦਾ। ਤੇ ਨਾਲ ਹੀ ਇਹ ਦੱਸਿਆ ਗਿਆ ਕਿ ਇਸ ਧਰਮ ਵਿੱਚ ਜਿੰਨੀਆਂ ਵੀ ਲੜਾਈਆਂ ਹੋਈਆਂ ਨੇ ਤੇ ਸਾਡੇ ਗੁਰੂਆਂ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ, ਉਹ ਕੋਈ ਵੀ ਲੜਾਈ ਜ਼ਮੀਨ, ਪੈਸਿਆਂ ਤੇ ਔਰਤਾਂ ਲਈ ਨਹੀਂ ਲੜੇ, ਬਲਕਿ ਉਹ ਅਤਿਆਚਾਰ ਦੇ ਖਿਲਾਫ ਤੇ ਇਨਸਾਨੀਅਤ ਲਈ ਲੜੇ ਸੀ, ਜੋ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਤੇ ਹੁਣ ਆਪਾਂ ਗੱਲ ਕਰਦੇ ਹਾਂ ਸਵਾਮੀਨਾਥਨ ਰਿਪੋਰਟ ਬਾਰੇ। ਸੋ ਇਹ ਰਿਪੋਰਟ ਬਾਰੇ ਤੁਸੀਂ ਸੁਣਿਆ ਤਾਂ ਬਹੁਤ ਹੋਵੇਗਾ ਤੇ ਹਰ ਇੱਕ ਸਰਕਾਰ ਵੋਟਾਂ ਦੇ ਸਮੇਂ ਕਿਸਾਨਾਂ ਤੋਂ ਇਹ ਕਹਿ ਕੇ ਵੋਟਾਂ ਜ਼ਰੂਰ ਲੈ ਲੈਂਦੀ ਹੈ ਕਿ ਜੇਕਰ ਅਸੀਂ ਜਿੱਤ ਗਏ ਤਾਂ ਅਸੀਂ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਜ਼ਰੂਰ ਕਰਾਂਗੇ, ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਸ ਨੂੰ ਲਾਗੂ ਨਹੀਂ ਕੀਤਾ। ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਵਾਮੀਨਾਥਨ ਰਿਪੋਰਟ ਨਾਲ ਸਾਡੀ ਕਿਸਾਨੀ ਕਿਵੇਂ ਖੁਸ਼ਹਾਲ ਹੋਵੇਗੀ। ਤੇ MS ਸਵਾਮੀਨਾਥਨ ਜੀ ਦਾ ਜਨਮ 1925 ਨੂੰ ਤਾਮਿਲਨਾਡੂ ਵਿੱਚ ਹੋਇਆ ਸੀ ਤੇ ਇਹ ਸਭ ਤੋਂ ਪਹਿਲਾਂ ਵਿਗਿਆਨੀ ਤੌਰ ਤੇ ਆਏ ਤੇ ਇਹਨਾਂ ਨੇ ਕੁਝ ਬੀਜਾਂ ਵਿੱਚ ਜੈਨੇਟਿਕ ਫੇਰ-ਬਦਲ ਵੀ ਕੀਤੇ, ਜਿਨ੍ਹਾਂ ਨਾਲ ਫਸਲਾਂ ਦਾ ਝਾੜ ਵੱਧਦਾ ਸੀ। ਤੇ 1966 ਵਿੱਚ ਇਹ ਸਾਹਮਣੇ ਆਏ ਜਦੋਂ ਇਹਨਾਂ ਨੇ ਰਿਸਰਚ ਕਰਕੇ ਇੰਡੀਆ ਤੇ ਮੈਕਸੀਕੋ ਦੀ ਕਣਕ ਮਿਕਸ ਕਰਕੇ ਨਵਾਂ ਬੀਜ ਤਿਆਰ ਕਰ ਦਿੱਤਾ ਤੇ ਇਸ ਨਾਲ ਕਣਕ ਦੀ ਕੁਆਲਿਟੀ ਤੇ ਕੁਆਂਟੀਟੀ ਵਿੱਚ ਵਾਧਾ ਹੋਇਆ ਸੀ। ਤੇ 1966 ਤੋਂ ਪਹਿਲਾਂ ਅਸੀਂ ਬਹੁਤ ਵਾਰ ਕਣਕ ਬਾਹਰਲੇ ਦੇਸ਼ਾਂ ਤੋਂ ਮੁੱਲ ਲੈਂਦੇ ਸੀ। 2004 ਵਿੱਚ ਸਵਾਮੀਨਾਥਨ ਨੇ ਇਹ ਰਿਪੋਰਟ ਤਿਆਰ ਕੀਤੀ ਜਦੋਂ ਨੈਸ਼ਨਲ ਕਮਿਸ਼ਨ ਔਨ ਫਾਰਮਰ ਬਣਿਆ ਤੇ ਸਵਾਮੀ ਇਸ ਦੇ ਮੁਖੀ ਸੀ। ਤੇ ਇਹ ਰਿਪੋਰਟ 2000 ਪੰਨਿਆਂ ਦੀ ਹੈ, ਪਰ ਇਸ ਵਿੱਚੋਂ ਆਪਾਂ ਕੁਝ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਇਸ ਵਿੱਚ ਲਿਖਿਆ ਗਿਆ ਕਿ ਸਰਕਾਰੀ ਜ਼ਮੀਨ ਜੋ ਵਿਹਲੀ ਪਈ ਹੈ ਉਹ ਬੇਜ਼ਮੀਨੇ ਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਖੇਤੀ ਲਈ ਦਿੱਤੀ ਜਾਵੇ ਤਾਂ ਕਿ ਉਹ ਵੀ ਕਮਾਈ ਕਰ ਸਕਣ ਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ। ਤੇ ਉਹਨਾਂ ਦਾ ਕਹਿਣਾ ਸੀ ਕਿ ਕਿਸਾਨ ਦਾ ਕਰਜ਼ਾ ਮਾਫ ਨਾ ਕੀਤਾ ਜਾਵੇ, ਸਗੋਂ ਉਹਨਾਂ ਨੂੰ ਫਸਲ ਦਾ ਮੁੱਲ ਹੀ ਜ਼ਿਆਦਾ ਦਿੱਤਾ ਜਾਵੇ, ਮਤਲਬ MSP ਵਿੱਚ ਵਾਧਾ ਕਰਕੇ ਜੋ ਫਸਲ ਤੇ ਖਰਚਾ ਆਉਂਦਾ ਹੈ ਉਸ ਦਾ 50% ਅਲੱਗ ਤੋਂ ਤੈਅ ਕੀਤਾ ਜਾਵੇ। ਤੇ ਇਸ ਤਰ੍ਹਾਂ ਕਿਸਾਨ ਦੀ ਆਤਮ ਹੱਤਿਆ ਵੀ ਰੁਕ ਜਾਵੇਗੀ ਤੇ ਕਰਜ਼ੇ ਦੀ ਵੀ ਜ਼ਰੂਰਤ ਨਹੀਂ ਪਵੇਗੀ। ਮਤਲਬ ਇਸ ਵਿੱਚ ਉਹਨਾਂ ਦੇ ਘਰ ਦੇ ਮੈਂਬਰਾਂ ਦੀ 6 ਮਹੀਨੇ ਦੀ ਦਿਹਾੜੀ ਵੀ ਐਡ ਕੀਤੀ ਜਾਵੇਗੀ ਤੇ ਉਸ ਦਾ ਐਵਰੇਜ ਖਰਚਾ ਕੱਢ ਕੇ ਤੈਅ ਕੀਤਾ ਜਾਵੇਗਾ। ਤੇ ਇਸ ਤੋਂ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਸਿੰਚਾਈ ਵਿੱਚ ਸੁਧਾਰ ਕੀਤਾ ਜਾਵੇ। ਹਰ ਇੱਕ ਖੇਤ ਨੂੰ 100% ਨਹਿਰੀ ਪਾਣੀ ਲੱਗੇ। ਜੇਕਰ ਨਹਿਰੀ ਪਾਣੀ ਨਹੀਂ ਪਹੁੰਚ ਸਕਦਾ ਤਾਂ ਸਟੋਰ ਕਰਨ ਲਈ ਉਹਨਾਂ ਪਿੰਡਾਂ ਵਿੱਚ, ਉਹਨਾਂ ਖੇਤਾਂ ਦੇ ਵਿੱਚ ਜਿੱਥੇ ਤੱਕ ਨਹਿਰ ਨਹੀਂ ਪਹੁੰਚਦੀ, ਤਲਾਬ ਬਣਾਏ ਜਾਣ ਤਾਂ ਕਿ ਸਾਰਾ ਸਾਲ ਨਹਿਰੀ ਪਾਣੀ ਵਰਤਿਆ ਜਾਵੇ ਤੇ ਹੇਠਲਾ ਪਾਣੀ ਨਾ ਵਰਤਿਆ ਜਾ ਸਕੇ। ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਸੀ ਤੇ ਹਰ ਇੱਕ ਦੇਸ਼ ਦੇ ਨਾਗਰਿਕ ਨੂੰ ਵੀ। ਪਰ ਅੱਜ ਪੰਜਾਬ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਨਾਲਾ ਜਾਂ ਸੂਆ ਵੀ ਨਹੀਂ ਕੱਢ ਸਕਦੇ ਕੇਂਦਰ ਦੀ ਮਨਜ਼ੂਰੀ ਤੋਂ ਬਿਨਾਂ। ਤੇ ਹਰੇਕ ਕਿਸਾਨ ਦੀ ਫਸਲ ਦਾ ਬੀਮਾ ਕੀਤਾ ਜਾਵੇ, ਜਿਸ ਨਾਲ ਕੁਦਰਤੀ ਆਫਤ ਵਿੱਚ ਫਸਲ ਖਰਾਬ ਹੋਣ ਤੇ ਕਿਸਾਨ ਨੂੰ ਬੀਮਾ ਮਿਲ ਸਕੇ ਜਿਵੇਂ ਬਾਕੀ ਖੇਤਰਾਂ ਵਿੱਚ ਮਿਲਦਾ ਹੈ। ਤੇ ਕਿਸਾਨ ਨੂੰ ਵਿਆਜ ਮਿਲਣਾ ਵੀ ਚਾਹੀਦਾ ਜੋ ਖਰਚਾ ਉਹ 6 ਮਹੀਨੇ ਆਪਣੀ ਫਸਲ ਤੇ ਕਰਦਾ ਹੈ, ਕਿਉਂਕਿ ਆਖਰ ਵਿੱਚ ਫਸਲ ਸਰਕਾਰ ਕੋਲ ਹੀ ਪਹੁੰਚਣੀ ਹੈ। ਤੇ ਕਿਸੇ ਵੀ ਕੰਪਨੀ ਨੂੰ ਕਿਸਾਨ ਦੀ ਜ਼ਮੀਨ ਨਾ ਦਿੱਤੀ ਜਾਵੇ। ਜੇਕਰ ਸਰਕਾਰ ਨੇ ਕੋਈ ਫੈਕਟਰੀ ਲਗਾਉਣੀ ਹੈ ਤਾਂ ਜੋ ਜ਼ਮੀਨਾਂ ਬੰਜਰ ਨੇ ਜਾਂ ਵਿਹਲੀਆਂ ਪਈਆਂ ਨੇ ਉਹਨਾਂ ਤੇ ਲਗਾਈ ਜਾਵੇ। ਉੱਥੇ ਮਜ਼ਦੂਰਾਂ ਦਾ ਪ੍ਰਬੰਧ ਵੀ ਸਰਕਾਰ ਖੁਦ ਹੀ ਕਰੇ। ਇਹ ਸਵਾਮੀ ਨੇ ਇਸ ਕਰਕੇ ਕਿਹਾ ਸੀ ਕਿਉਂਕਿ ਵੱਡੇ ਲੋਕਾਂ ਨੂੰ ਤੇ ਮੰਤਰੀਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਇਸ ਥਾਂ ਤੇ ਕੋਈ ਪ੍ਰੋਜੈਕਟ ਆਵੇਗਾ ਤਾਂ ਉਹ ਘੱਟ ਰੇਟ ਤੇ ਜ਼ਮੀਨਾਂ ਖਰੀਦ ਲੈਂਦੇ ਨੇ ਤੇ ਬਾਅਦ ਵਿੱਚ ਉਹੀ ਜ਼ਮੀਨ ਕੰਪਨੀਆਂ ਨੂੰ ਵੱਧ ਰੇਟ ਤੇ ਵੇਚਦੇ ਨੇ। ਤੇ ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਚੀਨ ਤੇ ਜਾਪਾਨ ਵਿੱਚ ਸਾਡੇ ਤੋਂ ਦੁੱਗਣਾ ਕਣਕ ਦਾ ਝਾੜ ਹੁੰਦਾ ਹੈ ਕਿਉਂਕਿ ਉਹ ਬੀਜਾਂ ਦੀ ਸੋਧ ਤੇ ਪੈਸਾ ਖਰਚਦੇ ਨੇ, ਪਰ ਸਾਡੇ ਹਰ ਸਾਲ ਘਟਦਾ ਜਾ ਰਿਹਾ ਹੈ। ਸੋ ਇਹਨਾਂ ਦਾ ਕਹਿਣਾ ਸੀ ਕਿ ਸਾਨੂੰ ਵੀ ਖੋਜ ਕਰਨ ਲਈ ਅਲੱਗ ਤੋਂ ਵਿਗਿਆਨੀਆਂ ਨੂੰ ਫੰਡਿੰਗ ਕਰਨੀ ਚਾਹੀਦੀ ਹੈ। ਸੋ ਇਹ ਰਿਪੋਰਟ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਕਿ ਕਦੇ ਵੀ ਸਰਕਾਰ ਲਾਗੂ ਨਹੀਂ ਕਰ ਸਕਦੀ ਤੇ ਇਹ ਸਾਰੀਆਂ ਚੀਜ਼ਾਂ ਇੱਕੋ ਸਮੇਂ ਲਾਗੂ ਕਰਨੀਆਂ ਬਹੁਤ ਮੁਸ਼ਕਲ ਵੀ ਨੇ। ਸੋ ਇੱਕ ਇੱਕ ਚੀਜ਼ ਲਾਗੂ ਕਰਕੇ ਇਸ ਨੂੰ ਪੂਰੀ ਤਰ੍ਹਾਂ ਕੀਤਾ ਜਾ ਸਕਦਾ ਹੈ, ਇੱਕੋ ਵਾਰ ਵਿੱਚ ਨਹੀਂ। ਤੇ ਇਹ ਰਿਪੋਰਟ 2006 ਵਿੱਚ ਸਵਾਮੀ ਨੇ ਸਰਕਾਰ ਅੱਗੇ ਪੇਸ਼ ਕੀਤੀ ਸੀ ਤੇ ਕਾਂਗਰਸ ਸਰਕਾਰ ਨੇ ਉਸ ਸਮੇਂ ਕਿਹਾ ਸੀ ਕਿ ਅਸੀਂ ਇਹ ਰਿਪੋਰਟ ਨੂੰ ਲਾਗੂ ਕਰਾਂਗੇ, ਪਰ ਹੁਣ 14 ਸਾਲ ਹੋ ਗਏ। ਕਾਂਗਰਸ ਤੋਂ ਬਾਅਦ BJP ਸਰਕਾਰ
ਸਰਕਾਰ ਵੀ ਆ ਗਈ ਪਰ ਇਹ ਰਿਪੋਰਟ ਲਾਗੂ ਨਹੀਂ ਹੋਈ, ਜਦ ਕਿ ਮੌਜੂਦਾ ਸਰਕਾਰ ਨੇ 2014 ਵਿੱਚ ਕਿਹਾ ਸੀ ਕਿ ਇਹ ਰਿਪੋਰਟ ਲਾਗੂ ਕਰਾਂਗੇ ਤੇ ਜੇਕਰ ਸਾਰੀ ਰਿਪੋਰਟ ਨੂੰ ਲਾਗੂ ਕੀਤਾ ਗਿਆ ਤਾਂ GDP ਦਾ 4 ਤੋਂ 6% ਤੱਕ ਹਿੱਸਾ ਇਸ ਲਈ ਲੱਗੇਗਾ, ਜੋ ਕਿ ਸੰਭਵ ਨਹੀਂ ਹੈ। ਪਰ ਜੇਕਰ ਸਰਕਾਰ ਥੋੜਾ ਕਰਕੇ ਇਹ ਰਿਪੋਰਟ ਲਾਗੂ ਕਰੇ ਤਾਂ ਸਹੀ ਹੋਵੇਗਾ। ਤੇ ਗੱਲ ਕਰਦੇ ਹਾਂ ਆਪਾਂ ਹੁਣ ਕਿਸਾਨੀ ਬਿੱਲ ਦੀ। ਸੋ ਸਰਕਾਰ ਹਮੇਸ਼ਾ ਇਹ ਕਹਿੰਦੀ ਹੈ ਕਿ ਇਹ ਬਿੱਲ ਅਸੀਂ ਕਿਸਾਨਾਂ ਲਈ ਲੈ ਕੇ ਆਏ ਹਾਂ। ਸੋ ਇਹਨਾਂ ਤਿੰਨਾਂ ਬਿੱਲਾਂ ਬਾਰੇ ਅਸੀਂ ਪੁਰਾਣੀ ਵੀਡੀਓ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ, ਜਿਸ ਦਾ ਲਿੰਕ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਮਿਲ ਜਾਵੇਗਾ ਤੇ ਡਿਸਕ੍ਰਿਪਸ਼ਨ ਵਿੱਚ ਵੀ। ਸੋ ਹੁਣ ਤੁਹਾਨੂੰ ਇੱਕ ਅਸੀਂ ਕਹਾਣੀ ਸੁਣਾਉਣ ਜਾ ਰਹੇ ਹਾਂ, ਇਸ ਨੂੰ ਧਿਆਨ ਨਾਲ ਸੁਣਿਓ। ਨਾ ਹੀ ਤਾਂ ਕਿਸਾਨ ਨੇ ਕਿਸੇ ਦੂਸਰੀ ਸਟੇਟ ਵਿੱਚ ਜਾ ਕੇ ਆਪਣੀ ਫਸਲ ਵੇਚਣੀ ਹੈ, ਤੇ ਨਾ ਹੀ ਉਸਨੇ ਕਿਸੇ ਨਾਲ ਕੰਟਰੈਕਟ ਫਾਰਮਿੰਗ ਕਰਨੀ ਹੈ, ਤੇ ਨਾ ਹੀ ਉਸਨੇ ਕਿਸੇ ਵੀ ਚੀਜ਼ ਨੂੰ ਜ਼ਿਆਦਾ ਮਾਤਰਾ ਵਿੱਚ ਸਟੋਰ ਕਰਨਾ ਹੈ। ਜੋ ਐਸੈਂਸ਼ੀਅਲ ਕਮੋਡਿਟੀ ਹੈ ਉਸ ਵਿੱਚ ਇਹੀ ਦੱਸਿਆ ਗਿਆ ਕਿ ਹੁਣ ਕੋਈ ਵੀ ਸਟੋਰ ਕਰ ਸਕਦਾ ਹੈ। ਸੋ ਕਿਸਾਨ ਨੇ ਤਾਂ ਸਟੋਰ ਕਰਨਾ ਹੀ ਨਹੀਂ ਹੈ, ਕਿਸਾਨ ਨੇ ਤਾਂ ਆਪਣੀ ਫਸਲ ਸਿਰਫ ਵੇਚਣ ਵਾਸਤੇ ਬੀਜੀ ਹੈ। ਸੋ ਥੋੜਾ ਜਿਹਾ ਦਿਮਾਗ ਜੇਕਰ ਤੁਸੀਂ ਲਾਓਗੇ ਤਾਂ ਸਟੋਰ ਸਿਰਫ ਵਪਾਰੀ ਨੇ ਕਰਨਾ ਹੈ। ਸੋ ਹੁਣ ਤੁਹਾਨੂੰ ਅਸੀਂ ਇੱਕ ਛੋਟੀ ਜੀ ਸਟੋਰੀ ਸੁਣਾਵਾਂਗੇ, ਜਿਸ ਨਾਲ ਤੁਹਾਨੂੰ ਇਹ ਪਤਾ ਲੱਗੇਗਾ ਕਿ ਇਹ ਬਿੱਲ ਕਿਸਾਨ ਲਈ ਨਹੀਂ ਬਲਕਿ ਬਿਜ਼ਨਸਮੈਨ ਤੇ ਵੱਡੇ ਘਰਾਣਿਆਂ ਲਈ ਹੈ। ਜਦੋਂ ਇੰਡੀਆ ਵਿੱਚ ਕਰੋਨਾ ਦਾ ਕਹਿਰ ਜਾਰੀ ਹੋਇਆ ਸੀ ਤਾਂ ਸਾਰੀ ਦੁਨੀਆ ਰੁਕ ਗਈ ਸੀ ਤੇ ਇੰਡੀਆ ਵਿੱਚ ਲਾਕਡਾਊਨ ਦੌਰਾਨ ਸਾਰੇ ਕਾਰੋਬਾਰ ਬੰਦ ਹੋ ਗਏ ਸੀ ਤੇ ਉਸ ਸਮੇਂ ਇੰਡੀਆ ਦੀ GDP ਮਾਈਨਸ ਵਿੱਚ ਚੱਲ ਰਹੀ ਸੀ। ਪਰ ਇਸ ਲਾਕਡਾਊਨ ਦੌਰਾਨ ਸਿਰਫ ਇੱਕ ਹੀ ਅਜਿਹਾ ਮਹਿਕਮਾ ਸੀ, ਉਹ ਸੀ ਐਗਰੀਕਲਚਰ ਗਰੋਥ ਇਕਨੋਮੀ। ਮਤਲਬ ਇਸ ਲਾਕਡਾਊਨ ਦੇ ਵਿੱਚ ਜਦੋਂ ਸਾਰੇ ਕਾਰੋਬਾਰ ਠੱਪ ਸੀ ਉਦੋਂ ਖੇਤੀਬਾੜੀ ਸੈਕਟਰ 3.4% ਪਲੱਸ ਵਿੱਚ ਸੀ ਤੇ ਇੰਡੀਆ ਦੀ ਟੋਟਲ ਇਕਨੋਮੀ ਵਿੱਚ ਖੇਤੀਬਾੜੀ ਦਾ ਯੋਗਦਾਨ 17% ਹੈ। ਤੇ ਉਸ ਵਕਤ ਫਿਰ ਇੱਕ ਬਿਜ਼ਨਸਮੈਨ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਸਾਡੇ ਕਿੰਨੇ ਹੀ ਕਾਰੋਬਾਰ ਨੇ ਪਰ ਕੋਈ ਵੀ ਕਾਰੋਬਾਰ ਇਸ ਵਕਤ ਪਲੱਸ ਵਿੱਚ ਨਹੀਂ ਹੈ। ਤੇ ਉਸਨੇ ਸੋਚਿਆ ਕਿਉਂ ਨਾ ਫਿਰ ਇਸ ਮਾਰਕੀਟ ਵਿੱਚ ਵੀ ਪੈਰ ਧਰਿਆ ਜਾਵੇ, ਜੋ ਕਿ 12,000 ਕਰੋੜ ਦੀ ਮਾਰਕੀਟ ਹੈ। ਸੋ ਇਹ ਮਹਿਕਮੇ ਵਿੱਚ ਵੱਡੇ ਘਰਾਣਿਆਂ ਦਾ ਆਉਣਾ ਅੱਜ ਤੋਂ ਹੀ ਤੈਅ ਨਹੀਂ ਹੋਇਆ ਸੀ, ਇਹ ਬਹੁਤ ਪਹਿਲਾਂ ਤੋਂ ਇਸ ਵਿੱਚ ਆਉਣ ਲਈ ਸੋਚ ਰਹੇ ਹੋਣਗੇ। ਪਰ ਹੁਣ ਆਪਾਂ ਸਾਰੀਆਂ ਕੜੀਆਂ ਇਸ ਨਾਲ ਜੋੜਦੇ ਚੱਲਾਂਗੇ। ਸਭ ਤੋਂ ਪਹਿਲਾਂ ਇਸ ਮਾਰਕੀਟ ਵਿੱਚ ਆਉਣ ਲਈ ਲੋਕਾਂ ਦਾ ਡਾਟਾ ਇਕੱਠਾ ਕੀਤਾ ਗਿਆ। ਲੋਕਾਂ ਦਾ ਡਾਟਾ ਮਤਲਬ ਅੱਜ ਸਾਰੀਆਂ ਚੀਜ਼ਾਂ ਆਨਲਾਈਨ ਹੋ ਚੁੱਕੀਆਂ ਨੇ ਤੇ WhatsApp ਤੋਂ ਵੱਡਾ ਡਾਟਾ ਕਿਸੇ ਕੋਲ ਵੀ ਨਹੀਂ ਹੈ। ਸਾਡੇ ਘਰ ਦੇ ਵਿੱਚ 1 ਜਾਂ 2 ਫੋਨ ਪੱਕੇ ਹੋਣਗੇ ਘੱਟ ਤੋਂ ਘੱਟ ਜਿਨ੍ਹਾਂ ਕੋਲ WhatsApp ਚੱਲ ਰਿਹਾ ਹੈ। ਸੋ Facebook ਨੇ 5.7 ਬਿਲੀਅਨ ਮਤਲਬ ਕਿ 43,574 ਕਰੋੜ ਰਿਲਾਇੰਸ ਦੇ ਡਿਜੀਟਲ ਪਲੇਟਫਾਰਮ ਵਿੱਚ ਇਨਵੈਸਟ ਕੀਤੇ ਨੇ। ਸੋ ਜੇਕਰ ਦੇਖੀਏ ਇੰਡੀਆ ਦਾ ਗਰੋਸਰੀ ਮਾਰਕੀਟ ਬਹੁਤ ਹੀ ਪ੍ਰੋਫਿਟੇਬਲ ਹੈ, ਜਿਵੇਂ ਕਿ Amazon ਪੈਂਟਰੀ, ਸੁਪਰਮਾਰਟ, ਬਿਗ ਬਾਸਕਟ ਤੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਇਸ ਵਿੱਚ ਆਪਣਾ ਸਿੱਕਾ ਜਮਾਉਣ ਨੂੰ ਬੈਠੀਆਂ ਨੇ। ਪਰ Facebook ਤੇ WhatsApp ਇੰਨੇ ਖਾਸ ਕਿਉਂ? ਕਿਉਂਕਿ ਇਹਨਾਂ ਕੋਲ ਡਾਟਾ ਬਹੁਤ ਸਾਰਾ ਹੈ। ਤੇ ਜੇਕਰ ਦੇਖੀਏ ਦੇਸ਼ ਦੀ ਗਰੋਸਰੀ ਇੰਡਸਟਰੀ ਦੀ ਵੈਲਿਊ 375 ਬਿਲੀਅਨ ਡਾਲਰ ਦੀ ਹੈ ਤੇ ਬਹੁਤ ਜਲਦ ਜੀਓ ਮਾਰਟ ਤੇ WhatsApp ਮਿਲ ਕੇ 3 ਕਰੋੜ ਛੋਟੇ ਕਿਰਾਨਾ ਨੂੰ ਡਿਜੀਟਲ ਲੈ ਕੇ ਆਉਣ ਦੀ ਕੋਸ਼ਿਸ਼ ਕਰਨਗੇ। ਮਤਲਬ ਉਹ ਆਪਣੇ ਨੇੜੇ ਤੇੜੇ ਆਨਲਾਈਨ ਡਿਲੀਵਰੀ ਵੀ ਦੇ ਸਕਣਗੇ। ਤੇ WhatsApp ਦੇ ਇੰਡੀਆ ਦੇ ਵਿੱਚ 40 ਕਰੋੜ ਤੋਂ ਵੀ ਜ਼ਿਆਦਾ ਯੂਜ਼ਰ ਨੇ ਤੇ Facebook ਨੇ ਜੋ ਇਹ ਪੈਸਾ ਲਾਇਆ ਹੈ ਇਹ ਉਸ ਦੀ ਕੰਪਨੀ ਦੀ ਸਿਰਫ 1% ਵੈਲਿਊ ਹੈ। ਤੇ ਕੁੱਲ ਮਿਲਾ ਕੇ ਸਕੀਮ ਇਹ ਸੀ ਕਿ ਰਿਟੇਲਰ ਖਰੀਦੇਗਾ ਵੀ ਹੋਲਸੇਲ ਵਿੱਚ ਇਹਨਾਂ ਤੋਂ ਹੀ ਤੇ ਵੇਚੇਗਾ ਵੀ ਇਹਨਾਂ ਦੇ ਹੀ ਸਟੋਰਾਂ ਤੇ ਹੁਣ ਉਹ ਬਿਜ਼ਨਸਮੈਨ ਕੋਲ ਪਲੇਟਫਾਰਮ ਤਾਂ ਤਿਆਰ ਹੋ ਗਿਆ, ਹੁਣ ਉਸ ਨੂੰ ਚਾਹੀਦਾ ਹੈ ਸਮਾਨ। 130 ਕਰੋੜ ਦੀ ਆਬਾਦੀ ਦੇ ਵਿੱਚ ਜੇਕਰ ਬਿਜ਼ਨਸ ਕਰਨਾ ਹੈ ਤਾਂ ਉਸ ਕੋਲ ਸਟਾਕ ਕਿੰਨਾ ਹੋਣਾ ਚਾਹੀਦਾ ਹੈ। ਸੋ ਇੰਨਾ ਸਟਾਕ ਇਕੱਠਾ ਕਰਨ ਲਈ ਆਲ ਇੰਡੀਆ ਵਿੱਚੋਂ ਜਿੱਥੋਂ ਵੀ ਸਸਤਾ ਮਿਲ ਰਿਹਾ ਹੋਵੇ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ। ਪਰ ਜੇਕਰ ਹੁਣ ਪੁਰਾਣੇ ਬਿੱਲ ਦੇ ਹਿਸਾਬ ਨਾਲ ਦੇਖੀਏ ਤਾਂ ਇਸ ਬਿਜ਼ਨਸਮੈਨ ਨੂੰ ਕੋਈ ਵੀ ਫਸਲ ਖਰੀਦਣ ਲਈ ਮੰਡੀਆਂ ਦੇ ਵਿੱਚ ਜਾਣਾ ਪੈਣਾ ਸੀ, ਜਿੱਥੇ 6% ਪਹਿਲਾਂ ਤੋਂ ਹੀ ਟੈਕਸ ਲੱਗ ਰਿਹਾ ਹੈ ਤੇ ਉਹ ਟੈਕਸ ਦੇਣ ਤੋਂ ਬਾਅਦ ਇਸ ਨੂੰ ਫਸਲ ਖਰੀਦਣੀ ਪੈਣੀ ਸੀ ਤੇ ਹਰ ਇੱਕ ਸਟੇਟ ਵਿੱਚ ਆਪਣੇ ਬੰਦੇ ਰੱਖਣੇ ਪੈਣੇ ਸੀ ਤੇ ਉਹਨਾਂ ਨੂੰ ਹਰ ਇੱਕ ਮੰਡੀ ਦੇ ਵਿੱਚ ਆਪਣੇ ਏਜੰਟ ਭੇਜਣੇ ਪੈਣੇ ਸੀ ਜਿੱਥੋਂ ਉਹ ਖਰੀਦ ਕਰ ਸਕਣ ਤੇ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਲੈ ਕੇ ਆਉਣਾ ਉਹਨਾਂ ਲਈ ਮੁਸ਼ਕਲ ਹੋਣਾ ਸੀ। ਸੋ ਇਸ ਕਰਕੇ ਮੰਡੀਕਰਨ ਖੋਲਿਆ ਗਿਆ ਕਿ ਸਾਡੇ ਦੇਸ਼ ਦੇ ਬਿਜ਼ਨਸਮੈਨ ਨੂੰ ਇੱਕ ਸਟੇਟ ਤੋਂ ਦੂਜੀ ਸਟੇਟ ਤੱਕ ਲਿਆਉਣ ਲਈ ਕੋਈ ਮੁਸ਼ਕਲ ਨਾ ਆਵੇ ਤੇ 6% ਟੈਕਸ ਦੇਣਾ ਵੀ ਨਾ ਪਵੇ, ਉਹ ਸਿੱਧੀ ਖਰੀਦ ਪ੍ਰਾਈਵੇਟ ਖਰੀਦ ਕਰੇ। ਤੇ ਫਿਰ ਉਹ ਬਿਜ਼ਨਸਮੈਨ ਲਈ ਦੂਸਰੀ ਦਿੱਕਤ ਇਹ ਸੀ ਕਿ ਉਸਨੇ ਤਾਂ ਆਪਣੇ ਸਟੋਰ ਵਿੱਚ ਹਰ ਇੱਕ ਚੀਜ਼ ਵੇਚਣੀ ਹੈ ਤੇ ਉਸਨੇ ਸਭ ਤੋਂ ਜ਼ਿਆਦਾ ਜੋ ਚੀਜ਼ ਵਿਕ ਰਹੀ ਹੈ, ਬੇਸ਼ੱਕ ਉਹ ਛੋਲੇ ਹੋਣ ਜਾਂ ਦਾਲ ਹੋਵੇ, ਉਸਨੇ ਉਸ ਦੀ ਮੰਗ ਜ਼ਿਆਦਾ ਕਰਨੀ ਹੈ। ਪਰ ਪੰਜਾਬ ਤੇ ਹਰਿਆਣਾ ਵਿੱਚ ਜ਼ਿਆਦਾਤਰ ਕਣਕ, ਝੋਨਾ ਤੇ ਮੱਕੀ ਹੀ ਬੀਜਦੇ ਨੇ। ਸੋ ਉਸ ਕੋਲ ਤਾਂ ਇਹ ਚੀਜ਼ਾਂ ਜ਼ਿਆਦਾ ਹੋ ਜਾਣਗੀਆਂ
ਜਾਣਗੀਆਂ, ਜੋ ਚੀਜ਼ਾਂ ਉਸ ਦੇ ਸਟੋਰ ਤੇ ਜ਼ਿਆਦਾ ਵਿਕ ਰਹੀਆਂ ਨੇ ਉਹ ਘਟ ਜਾਣਗੀਆਂ। ਇਸ ਕਰਕੇ ਫਿਰ ਉਸਨੇ ਇਸ ਬਿੱਲ ਦੇ ਵਿੱਚ ਲਿਆਂਦਾ ਕੰਟਰੈਕਟ ਫਾਰਮਿੰਗ, ਮਤਲਬ ਕਿ ਹੁਣ ਜੋ ਚੀਜ਼ ਉਸ ਦੇ ਸਟੋਰ ਵਿੱਚ ਜ਼ਿਆਦਾ ਵਿਕ ਰਹੀ ਹੈ ਉਸ ਨੂੰ ਉਹ ਬੀਜਣ ਲਈ ਕਹਿਣਗੇ ਤੇ ਦੂਜੀਆਂ ਦਾ ਰੇਟ ਘੱਟ ਕਰ ਦੇਣਗੇ, ਜੋ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਸ ਦਾ ਰੇਟ ਵਧਾ ਦੇਣਗੇ। ਤੇ ਜੇਕਰ ਕਿਸਾਨ ਨਹੀਂ ਬੀਜਣਾ ਚਾਹੁੰਦਾ ਤਾਂ ਕੰਟਰੈਕਟ ਕਰਕੇ ਕੰਪਨੀ ਆਪ ਬਿਜਾਈ ਕਰੇਗੀ, ਤੇ ਜੇਕਰ ਕੋਈ ਕਪੜਾ ਹੁੰਦਾ ਹੈ ਤਾਂ ਕੋਰਟ ਤੱਕ ਨਹੀਂ, ਸਿਰਫ ਡੀਸੀ ਲੈਵਲ ਤੱਕ ਹੀ ਸੀਮਿਤ ਰਹੇਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਤਾਂ ਫਿਰ ਕੇਸ ਹੀ ਬਹੁਤ ਹੋ ਜਾਣਗੇ। ਤੇ ਹੁਣ ਦੋ ਚੀਜ਼ਾਂ ਤਾਂ ਹੱਲ ਹੋ ਗਈਆਂ, ਇੱਕ ਤਾਂ ਖਰੀਦ ਸਿੱਧੀ ਹੋ ਗਈ, ਏਜੰਟਾਂ ਨੂੰ ਹਰ ਇੱਕ ਮੰਡੀ ਵਿੱਚ ਬੈਠਣਾ ਨਾ ਪਵੇ ਤੇ ਜੋ ਚੀਜ਼ ਉਹਨਾਂ ਦੇ ਸਟੋਰ ਤੇ ਜ਼ਿਆਦਾ ਵਿਕ ਰਹੀ ਹੈ ਉਹ ਚੀਜ਼ ਵੀ ਹੁਣ ਉਹ ਭਿਜਵਾ ਲੈਣਗੇ। ਤੇ ਹੁਣ ਇੰਨੀ ਸਾਰੀ ਖਰੀਦ ਨੂੰ ਕਿਤੇ ਸਟੋਰ ਵੀ ਕਰਨਾ ਹੈ, ਪਰ ਸਾਡੇ ਬਿੱਲਾਂ ਦੇ ਵਿੱਚ ਉਸ ਸਮੇਂ ਲਿਖਿਆ ਗਿਆ ਸੀ ਕਿ ਕੋਈ ਵੀ ਵਪਾਰੀ ਜ਼ਰੂਰੀ ਵਸਤਾਂ ਵਿੱਚ ਜੋ ਚੀਜ਼ਾਂ ਆਉਂਦੀਆਂ ਨੇ ਜਿਵੇਂ ਕਿ ਲਸਣ, ਪਿਆਜ਼, ਤੇਲ ਤੇ ਹੋਰ ਵੀ ਦਾਲਾਂ, ਸਬਜ਼ੀਆਂ, ਇਹਨਾਂ ਨੂੰ ਵੱਡੇ ਲੈਵਲ ਤੇ ਸਟੋਰ ਨਹੀਂ ਕਰੇਗਾ। ਕੁੱਲ ਮਿਲਾ ਕੇ ਜ਼ਰੂਰੀ ਵਸਤਾਂ ਨੂੰ ਸਟੋਰ ਕਰਨਾ ਕਾਨੂੰਨ ਦੇ ਖਿਲਾਫ ਸੀ, ਜੋ ਕਿ ਜਮਾਖੋਰੀ ਤੇ ਕਾਲਾ ਬਾਜ਼ਾਰੀ ਨੂੰ ਵਧਾਵਾ ਦਿੰਦਾ ਸੀ। ਪਰ ਇਹ ਬਿਜ਼ਨਸਮੈਨ ਨੇ ਤਾਂ ਪੂਰੇ ਦੇਸ਼ ਤੋਂ ਖਰੀਦ ਕਰਨੀ ਸੀ ਤੇ ਪੂਰੇ ਦੇਸ਼ ਵਿੱਚ ਬਿਜ਼ਨਸ ਕਰਨਾ ਸੀ, ਸੋ ਉਸ ਕੋਲ ਤਾਂ ਬਹੁਤ ਸਾਰਾ ਅਨਾਜ ਇਕੱਠਾ ਹੋ ਜਾਣਾ ਸੀ, ਅਲੱਗ-ਅਲੱਗ ਤਰ੍ਹਾਂ ਦੀਆਂ ਦਾਲਾਂ, ਹਰ ਇੱਕ ਚੀਜ਼। ਤੇ ਇਸ ਕਰਕੇ ਫਿਰ ਸਰਕਾਰ ਨੇ ਉਹਨਾਂ ਲਈ ਐਸੈਂਸ਼ੀਅਲ ਕਮੋਡਿਟੀ ਐਕਟ ਲਿਆਂਦਾ ਕਿ ਸਾਡੇ ਕੋਲ ਸਮਾਨ ਤਾਂ ਬਹੁਤ ਹੋ ਜਾਵੇਗਾ ਤੇ ਉਸ ਨੂੰ ਜਮ੍ਹਾਂ ਕਰਨ ਲਈ ਰੱਖਣਾ ਵੀ ਪਵੇਗਾ, ਤੇ ਉਸ ਨੂੰ ਜਮ੍ਹਾਂ ਕਰਨ ਤੇ ਹੁਣ ਪਾਬੰਦੀ ਹਟਾ ਦਿੱਤੀ ਗਈ ਕਿ ਤੁਸੀਂ ਜਿੰਨਾ ਚਾਹੋ ਉਨਾ ਸਟਾਕ ਇਕੱਠਾ ਕਰ ਲਓ। ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਬਿੱਲ ਇੱਕ ਬਿਜ਼ਨਸਮੈਨ ਬੰਦੇ ਦੀਆਂ ਮੁਸ਼ਕਲਾਂ ਹੱਲ ਕਰ ਰਹੇ ਨੇ, ਨਾ ਕਿ ਕਿਸਾਨ ਦੀਆਂ। ਸੋ ਇੱਕ ਗੱਲ ਤਾਂ ਸੋਚਣ ਵਾਲੀ ਹੈ ਕਿ ਜੇਕਰ ਗੋਰਿਆਂ ਦੇ ਸਮੇਂ ਅੱਜ ਦਾ ਨੈਸ਼ਨਲ ਮੀਡੀਆ ਹੁੰਦਾ ਤਾਂ ਇਹ ਸਾਨੂੰ ਯਕੀਨ ਦਿਵਾ ਦਿੰਦੇ ਕਿ ਗੋਰੇ ਸਾਡੇ ਲਈ ਕਿੰਨੇ ਵਧੀਆ ਨੇ। ਸੋ ਜੇਕਰ ਤੁਸੀਂ ਇਹ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ। ਸੋ ਤੁਹਾਨੂੰ ਦੱਸ ਦਈਏ ਕਿ ਮੀਡੀਆ ਚੌਥਾ ਸਤੰਭ ਹੁੰਦਾ ਹੈ, ਪਰ ਅੱਜ ਦੇ ਸਮੇਂ ਇਹ ਆਪਣਾ ਫਰਜ਼ ਨਿਭਾ ਨਹੀਂ ਰਿਹਾ। ਸੋ 7 ਵਜੇ ਵਾਲੀਆਂ ਖਬਰਾਂ ਤੁਸੀਂ ਸਾਰਿਆਂ ਨੇ ਸੁਣੀਆਂ ਹੋਣਗੀਆਂ। ਉਸ ਸਮੇਂ 15 ਮਿੰਟ ਵਿੱਚ ਖਬਰਾਂ ਪੂਰੇ ਦਿਨ ਦੀਆਂ ਦੱਸੀਆਂ ਜਾਂਦੀਆਂ ਸੀ, ਅੱਜ 24 ਘੰਟੇ ਵਿੱਚ ਵੀ ਕੋਈ ਚੱਜ ਦੀ ਖਬਰ ਨਹੀਂ ਦੱਸੀ ਜਾ ਰਹੀ। ਸੋ ਉਸ ਸਮੇਂ ਦੀਆਂ ਤੇ ਅੱਜ ਦੇ ਸਮੇਂ ਦੀਆਂ ਖਬਰਾਂ ਵਿੱਚ ਕਿੰਨਾ ਅੰਤਰ ਹੈ ਇਹ ਤੁਸੀਂ ਦੇਖ ਸਕਦੇ ਹੋ। ਉਸ ਸਮੇਂ ਉਹ ਬਿਨਾਂ ਆਪਣਾ ਓਪੀਨੀਅਨ ਰੱਖੇ ਜੋ ਵੀ ਘਟਨਾ ਹੋਈ ਆ ਉਸ ਦੀ ਰਿਪੋਰਟ ਦਿੰਦੇ ਸੀ, ਪਰ ਅੱਜ ਦੇ ਸਮੇਂ ਹਰ ਇੱਕ ਟੀਵੀ ਐਂਕਰ, ਹਰ ਇੱਕ ਨਿਊਜ਼ ਆਪਣਾ ਓਪੀਨੀਅਨ ਦੇ ਰਿਹਾ ਹੈ ਕਿ ਇਹ ਕੰਮ ਇਸ ਤਰ੍ਹਾਂ ਹੋਵੇਗਾ, ਇਸ ਤਰ੍ਹਾਂ ਫਿਊਚਰ ਵਿੱਚ ਇਹ ਹੋ ਸਕਦਾ ਹੈ, ਤੁਹਾਨੂੰ ਪਤਾ ਨਹੀਂ। ਸੋ ਇੱਕ ਵਾਰੀ ਸੋਚ ਕੇ ਦੇਖਿਓ, ਪੁਰਾਣੇ ਸਮਿਆਂ ਵਿੱਚ ਨਿਊਜ਼ ਦਿਆ ਕਰਦੇ ਸੀ, ਗਰਾਊਂਡ ਰਿਐਲਿਟੀ ਦੱਸਿਆ ਕਰਦੇ ਸੀ, ਇਹ ਜਾਣਨਾ ਕੰਮ ਲੋਕਾਂ ਦਾ ਹੁੰਦਾ ਸੀ ਕਿ ਇਹ ਚੀਜ਼ ਠੀਕ ਆ ਜਾਂ ਗਲਤ ਹੈ। ਪਰ ਅੱਜ ਦੇ ਸਮੇਂ ਵਿੱਚ ਇੱਕ ਤਰਫੀ ਖਬਰ ਦੇ ਕੇ ਗੱਲ ਨੂੰ ਖਤਮ ਹੀ ਕਰ ਦਿੰਦੇ ਨੇ। ਸੋ ਇਹਨਾਂ ਗੱਲਾਂ ਕਾਰਨ ਹੀ ਲੈਬਨਾਨ ਤੇ ਅਫਗਾਨਿਸਤਾਨ, ਜਿੱਥੇ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੜੀਆਂ ਪਈਆਂ ਨੇ, ਉਹਨਾਂ ਦਾ ਮੀਡੀਆ ਵੀ ਸਾਡੇ ਨਾਲੋਂ ਉੱਤੇ ਹੈ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਤੇ ਜੇਕਰ ਤੁਹਾਨੂੰ ਸਾਡੀ ਦਿੱਤੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾइब ਕਰ ਸਕਦੇ ਹੋ। इसमें पूरे में स्टीम है नीचे। देखो, इसको बिल्कुल हाथ लगाएगा तो ठंडा है। अच्छा, हाँ ये तो ठंडा है। ठीक है, इसके ऊपर जो है गर्म है। ये गर्म है। ये वो नीचे जो है उसका पाइप, वो भाप से जो है सब्जी बनेगा, इसके नीचे नहीं लगेगा, बहुत अच्छा सब्जी बनेगा। ये तो बड़ा गजब है कि वहाँ से स्टीम आ रहा है, नीचे ये ठंडा है और उसके बाद इसके भाप से ये क्या बन रहा है? एक कड़ी बन रहा है, ये कड़ी बन रहा है, दाल बन रहा है। ਤਾਂ ਜਿਹੜੇ ਕਿਸਾਨ ਵੀਰਾਂ ਦੀਆਂ ਟਾਲੀਆਂ ਦੇ ਨਾਲ ਜਿਹੜੇ ਲੰਗਰ ਲੈ ਕੇ ਵੀ ਆਏ ਨੇ, ਜਿਹੜੇ 50 ਬੰਦੇ ਨੇ, ਉਹ ਕਹਿੰਦੇ ਅਸੀਂ 200 ਬੰਦੇ ਦਾ ਲੰਗਰ ਬਣਾਈਦਾ। ਤੇ ਇੱਥੇ ਇਹਦਾ ਮਤਲਬ ਕੀ ਹੈ ਕਿ ਇੱਥੇ ਆਲੇ ਦੁਆਲੇ ਮੈंने ਸਵੇਰੇ ਪੁੱਛਿਆ ਕੁਝ ਬੰਦਿਆਂ ਨੂੰ ਜਿਹੜੇ ਇੱਥੇ ਰਹਿੰਦੇ, ਝੁੱਗੀ ਝੋਪੜੀ ਵਾਲੇ ਬੰਦੇ ਸੀ, ਮੈਂ ਕਿਹਾ ਜਿਹੜੇ ਇੱਥੇ ਆਏ ਨੇ ਬੰਦੇ, ਤੁਸੀਂ ਵੀ ਇਹ ਤੋਂ ਕੀ ਤੁਹਾਨੂੰ ਲੱਗਦਾ? ਕਹਿੰਦੇ ਅਸੀਂ ਬਹੁਤ ਖੁਸ਼ ਹਾਂ, ਸਾਡੇ ਬੱਚੇ ਕਹਿੰਦੇ 3 ਟਾਈਮ ਭਰ ਪੇਟ ਕਹਿੰਦੇ ਖਾਣਾ ਖਾ ਰਹੇ ਨੇ, ਕਹਿੰਦੇ ਬਹੁਤ ਕਹਿੰਦੇ ਇੱਥੇ ਧਰਨੇ ਲੱਗੇ ਨੇ ਪਹਿਲਾਂ, ਕਹਿੰਦੇ ਮਗਰ ਅਸੀਂ ਜ਼ਿੰਦਗੀ ਭਰ ਯਾਦ ਰੱਖਾਂਗੇ ਵੀ ਪੰਜਾਬ ਦੇ ਲੋਕ ਇੱਥੇ ਆਏ ਸੀ ਔਰ ਉਹਨਾਂ ਨੇ ਧਰਨੇ ਲਾਏ ਸੀਗੇ। ਬਹੁਤ ਦਿਲ ਨਾਲ ਇੱਕ ਬਹੁਤ ਪਸੀਜ ਗਿਆ ਉਹਨਾਂ ਦੀ ਗੱਲ ਸੁਣ ਕੇ।